ਹੈਲੋ ਸਟੂਡੈਂਟਸ, ਵੈਲਕਮ ਬੈਕ ਇਨ ਮਾਈ ਕਲਾਸ। ਆਪਾਂ ਕਰ ਰਹੇ ਹਾਂ 10th ਕਲਾਸ ਸਾਇੰਸ ਚੈਪਟਰ 1 ਕੈਮੀਕਲ ਰਿਐਕਸ਼ਨ ਐਂਡ ਇਕੁਏਸ਼ਨਸ, ਜਿਹਦੇ ਵਿੱਚ ਆਪਾਂ ਕੈਮੀਕਲ ਰਿਐਕਸ਼ਨ ਅਤੇ ਬੈਲੈਂਸਡ ਕੈਮੀਕਲ ਇਕੁਏਸ਼ਨ ਅਤੇ ਕੈਮੀਕਲ ਰਿਐਕਸ਼ਨ ਦੀਆਂ ਟਾਈਪਸ ਬਾਰੇ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ। ਅੱਜ ਆਪਾਂ ਕੈਮੀਕਲ ਰਿਐਕਸ਼ਨ ਦੀਆਂ ਜਿਹੜੀਆਂ ਟਾਈਪਸ ਜਿਹੜੀਆਂ ਰਹਿੰਦੀਆਂ ਉਹਨਾਂ ਬਾਰੇ ਪੜ੍ਹਾਂਗੇ। ਕੰਬੀਨੇਸ਼ਨ ਰਿਐਕਸ਼ਨ ਅਤੇ ਡੀਕੰਪੋਜੀਸ਼ਨ ਰਿਐਕਸ਼ਨ ਆਪਾਂ ਪਿਛਲੀ ਵੀਡੀਓ ਵਿੱਚ ਵੀ ਕਰ ਲਿਆ ਸੀਗਾ, ਪਰ ਇਹਦੇ ਵਿੱਚ ਵੀ ਆਪਾਂ ਥੋੜ੍ਹਾ ਉਹਨਾਂ ਬਾਰੇ ਕੀ ਕਰਾਂਗੇ ਤੁਹਾਨੂੰ ਦੱਸ ਦਿੰਦੇ ਹਾਂ। ਫਸਟ ਟਾਈਪ ਹੈਗੀ ਆ ਕੰਬੀਨੇਸ਼ਨ ਰਿਐਕਸ਼ਨ। 2 or more reactants combine to form a single product। ਠੀਕ ਆ, ਇਹੋ ਜਿਹਾ ਰਿਐਕਸ਼ਨ ਜਿਹਦੇ ਵਿੱਚ 2 ਜਾਂ 2 ਤੋਂ ਵੱਧ ਰਿਐਕਟੈਂਟ ਮਿਲ ਕੇ ਇੱਕ ਸਿੰਗਲ ਪ੍ਰੋਡਕਟ ਬਣਾਉਣ, ਉਸ ਰਿਐਕਸ਼ਨ ਨੂੰ ਆਪਾਂ ਕੰਬੀਨੇਸ਼ਨ ਰਿਐਕਸ਼ਨ ਕਹਾਂਗੇ। ਇਹਦੇ ਨਾਮ ਤੋਂ ਹੀ ਪਤਾ ਲੱਗੀ ਜਾਂਦਾ ਵੀ ਇਹਦੇ ਵਿੱਚ 2 ਰਿਐਕਟੈਂਟ ਕੀ ਕਰਨਗੇ, ਕੰਬਾਈਨ ਕਰਨਗੇ ਸਿੰਗਲ ਪ੍ਰੋਡਕਟ ਬਣਾਉਣ ਦੇ ਲਈ। ਠੀਕ ਹੈ, ਇਸ ਤਰ੍ਹਾਂ ਦੇ ਰਿਐਕਸ਼ਨ ਨੂੰ ਆਪਾਂ ਕੰਬੀਨੇਸ਼ਨ ਰਿਐਕਸ਼ਨ ਕਹਾਂਗੇ। ਇਹਦੀ ਐਗਜ਼ਾਮਪਲ ਕੀ ਆਪਣੇ ਕੋਲ ਕਾਰਬਨ ਪਲੱਸ ਆਕਸੀਜਨ, 2 ਰਿਐਕਟੈਂਟ ਮਿਲ ਕੇ ਕੀ ਬਣਾ ਰਹੇ ਆਪਣੇ ਕੋਲ, ਕਾਰਬਨ ਡਾਈਆਕਸਾਈਡ ਗੈਸ। ਸੈਕਿੰਡ ਟਾਈਪ ਆਪਣੇ ਕੋਲ ਹੈਗੀ ਆ ਡੀਕੰਪੋਜੀਸ਼ਨ ਰਿਐਕਸ਼ਨ। ਦਿਸ ਰਿਐਕਸ਼ਨ ਇਜ਼ ਅਪੋਜ਼ਿਟ ਟੂ ਕੰਬੀਨੇਸ਼ਨ ਰਿਐਕਸ਼ਨ। ਹਾਂਜੀ, ਇਹ ਜਿਹੜੇ ਡੀਕੰਪੋਜੀਸ਼ਨ ਰਿਐਕਸ਼ਨ ਹੁੰਦੇ ਆ, ਇਹ ਕੰਬੀਨੇਸ਼ਨ ਰਿਐਕਸ਼ਨ ਦੇ ਕੀ ਹੁੰਦੇ ਆ, ਅਪੋਜ਼ਿਟ ਹੁੰਦੇ। ਠੀਕ ਆ, ਉਹਦੇ ਨਾਲੋਂ ਬਿਲਕੁਲ ਉਲਟ ਹੁੰਦੇ ਆ। ਉਹਦੇ ਵਿੱਚ ਕੀ ਆ, 2 ਚੀਜ਼ਾਂ ਮਿਲ ਕੇ ਇੱਕ ਚੀਜ਼ ਬਣਾਉਂਦੀਆਂ ਨੇ। ਇਹਦੇ ਵਿੱਚ ਕੀ ਹੁੰਦਾ, ਇੱਕ ਚੀਜ਼ ਟੁੱਟ ਕੇ ਆਪਣੇ ਕੋਲ 2 ਚੀਜ਼ਾਂ ਬਣਾਉਂਦੀ ਆ। ਹਾਂਜੀ, ਇਹ ਰਿਐਕਸ਼ਨ ਕਿਹੜਾ ਹੁੰਦਾ, ਇਨ ਦਿਸ ਰਿਐਕਸ਼ਨ ਸਿੰਗਲ ਰਿਐਕਟੈਂਟ ਬ੍ਰੇਕਸ ਡਾਊਨ ਟੂ ਗਿਵ 2 or more ਪ੍ਰੋਡਕਟ। ਹਾਂਜੀ, ਇਸ ਰਿਐਕਸ਼ਨ ਦੇ ਵਿੱਚ ਕੀ ਹੁੰਦਾ, ਰਿਐਕਟੈਂਟ ਦਾ ਕੋਈ ਇੱਕ ਹੁੰਦਾ। ਠੀਕ ਆ, ਜਿਵੇਂ ਆਪਣੇ ਕੋਲ ਐਗਜ਼ਾਮਪਲ ਆ ਕੈਲਸ਼ੀਅਮ ਕਾਰਬੋਨੇਟ, ਜਦੋਂ ਆਪਾਂ ਹੀਟ ਕਰਦੇ ਹਾਂ ਆਪਣੇ ਕੋਲ ਕੀ ਆ, 2 ਚੀਜ਼ਾਂ 'ਚ ਟੁੱਟ ਜਾਂਦਾ ਉਹ, ਕੈਲਸ਼ੀਅਮ ਆਕਸਾਈਡ ਅਤੇ ਕਾਰਬਨ ਡਾਈਆਕਸਾਈਡ ਗੈਸ। ਠੀਕ ਹੈ ਜੀ, ਰਿਐਕਸ਼ਨ ਬਾਰੇ ਡੀਕੰਪੋਜੀਸ਼ਨ ਨਾਮ ਤੋਂ ਇਹਦਾ ਵੀ ਪਤਾ ਲੱਗ ਜਾਂਦਾ ਵੀ ਡੀਕੰਪੋਜ਼ ਹੁੰਦੇ। ਠੀਕ ਆ, ਟੁੱਟਦਾ ਕੋਈ ਚੀਜ਼। ਸਿੰਗਲ ਰਿਐਕਟੈਂਟ ਬ੍ਰੇਕ ਡਾਊਨ ਟੂ ਗਿਵ 2 or more ਪ੍ਰੋਡਕਟ। ਠੀਕ ਹੈ ਜੀ, ਕੰਬੀਨੇਸ਼ਨ ਰਿਐਕਸ਼ਨ ਦੇ ਬਿਲਕੁਲ ਉਲਟਾ ਹੈ, ਅਪੋਜ਼ਿਟ ਆ ਉਹਦੇ ਵਿੱਚ ਕੀ ਆ, 2 ਚੀਜ਼ਾਂ ਤੋਂ ਮਿਲ ਕੇ ਇੱਕ ਚੀਜ਼ ਬਣਦੀ ਆ। ਇਹਦੇ ਵਿੱਚ ਕੀ ਹੁੰਦਾ, ਇੱਕ ਚੀਜ਼ ਤੋਂ ਟੁੱਟ ਕੇ 2 ਚੀਜ਼ਾਂ ਬਣਦੀਆਂ ਨੇ ਜਾਂ 2 ਤੋਂ ਵੱਧ ਬਣਦੀਆਂ। ਠੀਕ ਆ, ਤੀਜੀ ਆਪਣੇ ਕੋਲ ਟਾਈਪ ਕਿਹੜੀ ਆ, ਡਿਸਪਲੇਸਮੈਂਟ ਰਿਐਕਸ਼ਨ। ਡਿਸਪਲੇਸ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਉਸਦੀ ਜਗ੍ਹਾ ਤੋਂ ਹਟਾ ਦੇਣਾ। ਠੀਕ ਹੈ ਜੀ, the reaction in which more reactive element displaces less reactive element from its compound is known as displacement reaction। ਹਾਂਜੀ, ਉਹ ਰਿਐਕਸ਼ਨ ਜਿਹਦੇ ਵਿੱਚ ਕੀ ਆ, ਮੋਰ ਰਿਐਕਟਿਵ ਹੁੰਦਾ ਵੱਧ ਕਿਰਿਆਸ਼ੀਲ ਐਲੀਮੈਂਟ ਹੁੰਦਾ, ਤੱਤ। ਠੀਕ ਆ, the reaction in which more reactive element displaces less reactive element। ਠੀਕ ਹੈ ਜੀ, ਵੱਧ ਕਿਰਿਆਸ਼ੀਲ ਤੱਤ ਘੱਟ ਕਿਰਿਆਸ਼ੀਲ ਤੱਤ ਨੂੰ ਕੀ ਕਰੇ, ਡਿਸਪਲੇਸ ਕਰਦੇ ਉਸਦੇ ਕੰਪਾਊਂਡ ਦੇ ਵਿੱਚੋਂ। ਇਸ ਤਰ੍ਹਾਂ ਦੇ ਰਿਐਕਸ਼ਨ ਨੂੰ ਆਪਾਂ ਕੀ ਕਹਾਂਗੇ, ਡਿਸਪਲੇਸਮੈਂਟ ਰਿਐਕਸ਼ਨ। ਫੋਰ ਐਗਜ਼ਾਮਪਲ Fe ਸੋਲਿਡ ਪਲੱਸ ਕਾਪਰ ਸਲਫੇਟ ਐਕੁਅਸ। ਠੀਕ ਹੈ ਜੀ, Fe ਕੀ ਹੈ ਆਪਣੇ ਕੋਲ ਸੋਲਿਡ ਸਟੇਟ ਦੇ ਵਿੱਚ ਇਕੱਲਾ ਪਾਇਆ ਆਪਾਂ ਕਾਪਰ ਸਲਫੇਟ ਦੇ ਸੋਲਿਊਸ਼ਨ ਦੇ ਵਿੱਚ। ਠੀਕ ਆ, ਇਹ ਜਿਹੜਾ Fe ਹੈ ਇਹ ਕਾਪਰ ਦੇ ਨਾਲੋਂ ਕੀ ਆ, ਮੋਰ ਰਿਐਕਟਿਵ ਆ। ਇਸ ਕਰਕੇ ਇਹਨੇ ਕੀ ਕਰਤਾ, ਕਾਪਰ ਸਲਫੇਟ ਦੇ ਸੋਲਿਊਸ਼ਨ ਦੇ ਵਿੱਚੋਂ ਕਾਪਰ ਨੂੰ ਕੀ ਕਰਤਾ, ਡਿਸਪਲੇਸ ਕਰਤਾ ਅਤੇ ਉਹਦੀ ਜਗ੍ਹਾ 'ਤੇ ਆਪ ਆ ਕੇ ਲੱਗ ਗਿਆ। ਠੀਕ ਆ, ਆਹ ਦੇਖੋ Fe ਨੇ ਕਾਪਰ ਨੂੰ ਕੀ ਕਰਤਾ, ਡਿਸਪਲੇਸ ਕਰਤਾ, ਉਹਦੀ ਜਗ੍ਹਾ ਤੋਂ ਕੱਢਤਾ, ਆਪ ਲੱਗ ਗਿਆ ਉਹਦੀ ਜਗ੍ਹਾ 'ਤੇ, ਕਾਪਰ ਨੂੰ ਕੀ ਕਰਤਾ, ਇਕੱਲਾ ਕਰਤਾ। ਠੀਕ ਹੈ ਜੀ, ਇੱਕ ਇਹਦੀ ਹੋਰ ਐਗਜ਼ਾਮਪਲ ਆ, ਇਸ ਤਰ੍ਹਾਂ ਹੀ ਆਇਰਨ ਵਾਂਗੂ ਹੀ Fe ਆਇਰਨ ਹੁੰਦਾ। ਠੀਕ ਆ, ਆਇਰਨ ਦੇ ਵਾਂਗੂ ਹੀ ਜ਼ਿੰਕ ਵੀ ਕੀ ਕਰਦਾ, ਕਾਪਰ ਸਲਫੇਟ ਦੇ ਸੋਲਿਊਸ਼ਨ ਦੇ ਵਿੱਚੋਂ ਕਾਪਰ ਨੂੰ ਕੀ ਕਰ ਦਿੰਦਾ, ਡਿਸਪਲੇਸ ਕਰ ਦਿੰਦਾ। ਠੀਕ ਹੈ ਜੀ, ਕਿਉਂਕਿ ਜ਼ਿੰਕ ਵੀ ਕੀ ਆ, ਕਾਪਰ ਤੋਂ ਵੱਧ ਕਿਰਿਆਸ਼ੀਲ ਆ, ਵੱਧ ਰਿਐਕਟਿਵ ਆ। ਜ਼ਿੰਕ ਐਂਡ ਆਇਰਨ ਇਜ਼ ਮੋਰ ਰਿਐਕਟਿਵ ਐਲੀਮੈਂਟਸ ਦੈਨ ਕਾਪਰ, ਦੇ ਡਿਸਪਲੇਸ ਕਾਪਰ ਫਰੋਮ ਇਟਸ ਕੰਪਾਊਂਡ। ਹਾਂਜੀ, ਜ਼ਿੰਕ ਅਤੇ ਆਇਰਨ ਕੀ ਆ, ਕਾਪਰ ਤੋਂ ਕੀ ਆ, ਵੱਧ ਕਿਰਿਆਸ਼ੀਲ ਤੱਤ ਨੇ। ਇਸ ਕਰਕੇ ਉਹ ਕਾਪਰ ਨੂੰ ਉਹਦੇ ਘੋਲ ਦੇ ਵਿੱਚੋਂ ਕੀ ਕਰ ਦਿੰਦੇ ਆ, ਡਿਸਪਲੇਸ ਕਰ ਦਿੰਦੇ ਆ। ਨੈਕਸਟ ਟਾਈਪ ਆਪਣੇ ਕੋਲ ਹੈਗੀ ਆ ਡਬਲ ਡਿਸਪਲੇਸਮੈਂਟ ਰਿਐਕਸ਼ਨ। ਦ ਰਿਐਕਸ਼ਨ ਇਨ ਵਿਚ there is an exchange of ions between reactants are called double displacement reaction। ਹਾਂਜੀ, ਡਿਸਪਲੇਸਮੈਂਟ ਦੇ ਕੀ ਆ, ਇਹ ਵੀ ਉਲਟਾ ਡਿਸਪਲੇਸਮੈਂਟ ਦੇ। ਉਹਦੇ ਵਿੱਚ ਕੀ ਆ, ਕੋਈ ਇੱਕ ਤੱਤ ਕੀ ਕਰਦਾ ਗਾ, ਕਿਸੇ ਤੱਤ ਦੇ ਕੰਪਾਊਂਡ ਦੇ ਵਿੱਚ ਉਹਨੂੰ ਡਿਸਪਲੇਸ ਕਰਦਾ,
ਇਹਦੇ ਵਿੱਚ ਕੀ ਹੁੰਦਾ, ਜਿਹੜੇ ਦੋ ਰਿਐਕਟੈਂਟ ਹੁੰਦੇ ਆਪਣੇ ਕੋਲ, ਦੋਨੇ ਕੀ ਕਰਦੇ ਆ ਆਪਸ 'ਚ ਆਪਦੇ ਆਇਨਸ ਨੂੰ ਕੀ ਕਰ ਲੈਂਦੇ ਆ, ਚੇਂਜ ਕਰ ਲੈਂਦੇ ਆ, ਠੀਕ ਆ। ਦ ਰਿਐਕਸ਼ਨ ਇਨ ਵਿਚ ਦੇਅਰ ਇਜ਼ ਐਨ ਐਕਸਚੇਂਜ ਆਫ ਆਇਨਸ ਬਿਟਵੀਨ ਦ ਰਿਐਕਟੈਂਟਸ, ਠੀਕ ਹੈ ਜੀ। ਜਿਹੜੇ ਰਿਐਕਟੈਂਟ ਹੁੰਦੇ ਆ ਜਿਹੜੇ ਆਪਣੇ ਕੋਲ, ਰਿਐਕਟੈਂਟ ਕੀ ਹੁੰਦੇ ਆ, ਰਿਐਕਸ਼ਨ ਜਦੋਂ ਆਪਾਂ ਕੋਈ ਰਿਐਕਸ਼ਨ ਕਰਾਉਣੇ ਆ, ਆਪਣੇ ਕੋਲ ਜਿਹੜਾ ਸਟਾਰਟਿੰਗ ਮਟੀਰੀਅਲ ਹੁੰਦਾ, ਜਿਹੜੀਆਂ ਚੀਜ਼ਾਂ ਤੋਂ ਆਪਾਂ ਰਿਐਕਸ਼ਨ ਕਰਾਉਣਾ ਚਾਹੁੰਦੇ ਆ, ਉਹ ਆਪਣੇ ਕੋਲ ਰਿਐਕਟੈਂਟ ਹੁੰਦੇ ਆ, ਠੀਕ ਹੈ ਜੀ। ਉਹ ਆਪਸ ਦੇ ਵਿੱਚ ਆਪਦੇ ਇਹਨਾਂ ਦਾ ਕੀ ਕਰ ਲੈਣ, ਅਦਲਾ ਬਦਲੀ ਕਰ ਲੈਣ। ਇਸ ਤਰ੍ਹਾਂ ਦੇ ਰਿਐਕਸ਼ਨ ਨੂੰ ਆਪਾਂ ਡਬਲ ਡਿਸਪਲੇਸਮੈਂਟ ਰਿਐਕਸ਼ਨ ਕਵਾਂਗੇ। ਇਹਦੀ ਐਗਜ਼ਾਮਪਲ ਆਪਣੇ ਕੋਲ ਹੈਗੀ ਆ ਸੋਡੀਅਮ ਸਲਫੇਟ ਪਲੱਸ ਬੇਰੀਅਮ ਕਲੋਰਾਈਡ, ਠੀਕ ਹੈ ਜੀ। ਇਹ ਜਦੋਂ ਇੱਕ ਦੂਜੇ ਨਾਲ ਰਿਐਕਟ ਕਰਦੇ ਆ ਤਾਂ ਕੀ ਕਰ ਲੈਂਦੇ ਆ, ਇਹ ਜਿਹੜਾ ਸੋਡੀਅਮ ਸਲਫੇਟ ਆ ਇਹ ਕੀ ਕਰਦਾ ਗਾ, ਆਪਦਾ ਜਿਹੜਾ ਸਲਫੇਟ ਆਇਨ ਆ ਉਹ ਬੇਰੀਅਮ ਨੂੰ ਦੇ ਦਿੰਦਾ, ਤੇ ਜਿਹੜਾ ਬੇਰੀਅਮ ਕਲੋਰਾਈਡ ਦੇ ਵਿੱਚ ਕਲੋਰਾਈਡ ਆਇਨ ਆ ਉਹ ਇਹ ਆਪ ਲੈ ਲੈਂਦਾ, ਠੀਕ ਹੈ ਜੀ। ਇਹ ਰਿਐਕਟ ਕਰਕੇ ਕੀ ਬਣਾਉਂਦੇ ਆਪਣੇ ਕੋਲ BaSO4, ਬੇਰੀਅਮ ਸਲਫੇਟ, ਜਿਹੜਾ ਕਿ ਸੋਲਿਡ ਸਟੇਟ ਦੇ ਵਿੱਚ ਹੁੰਦਾ ਆਪਣੇ ਕੋਲ, ਤੇ ਕੀ ਬਣਾਉਂਦੇ ਆ ਇਹ NaCl ਐਕੋਸ, ਜਿਹੜਾ ਸੋਡੀਅਮ ਕਲੋਰਾਈਡ ਹੁੰਦਾ, ਨੂਣ ਕਾਮਨ ਸਾਲਟ ਆਪਣਾ, ਇਹ ਕੀ ਹੁੰਦਾ ਪਾਣੀ ਦੇ ਵਿੱਚ ਘੁਲਿਆ ਹੋਇਆ ਹੁੰਦਾ, ਤੇ ਜਿਹੜਾ ਬੇਰੀਅਮ ਸਲਫੇਟ ਹੈ ਸੋਲਿਡ ਸਟੇਟ ਦੇ ਵਿੱਚ ਹੁੰਦਾ, ਠੀਕ ਆ। ਇਹ ਇਨਸੋਲਿਊਬਲ ਹੁੰਦਾ ਹੈ ਪਾਣੀ, ਜਿਹੜਾ ਆਪਣਾ ਜਦੋਂ ਆਪਾਂ ਇਹ ਦੋਨੇ ਐਕੋਸ ਹੁੰਦੇ, ਠੀਕ ਆ, ਜਦੋਂ ਆਪਾਂ ਇਹਨਾਂ ਨੂੰ ਮਿਲਾ ਦਾਂਗੇ ਆਪਣੇ ਕੋਲ ਕੀ ਹੈ, ਇੱਕ ਇਨਸੋਲਿਊਬਲ ਕੀ ਹੈ ਪ੍ਰੋਡਕਟ ਬਣੂਗਾ, ਠੀਕ ਆ, ਜਿਹੜਾ ਕਿ ਰਿਐਕਸ਼ਨ ਮਿਕਸਚਰ ਦੇ ਵਿੱਚ ਹੇਠਾਂ ਬੈਠ ਜਾਊਗਾ, ਜਿਹੜਾ ਉਹਦੇ ਵਿੱਚ ਘੁਲਦਾ ਨਹੀਂ। ਦਾ ਇਨਸੋਲਿਊਬਲ ਸਬਸਟਾਂਸ ਫਾਰਮਡ ਇਜ਼ ਨੋਨ ਐਜ਼ ਪ੍ਰੈਸੀਪਿਟੇਟ। ਹਾਂਜੀ, ਡਬਲ ਡਿਸਪਲੇਸਮੈਂਟ ਰਿਐਕਸ਼ਨ ਦੇ ਵਿੱਚ ਜਿਹੜਾ ਆਪਣੇ ਕੋਲ ਕੀ ਹੈ ਇਨਸੋਲਿਊਬਲ ਸਬਸਟਾਂਸ ਬਣਿਆ ਸੀਗਾ, ਉਹਨੂੰ ਆਪਾਂ ਕੀ ਕਹਿਣਾ ਹੈਗਾ, ਪ੍ਰੈਸੀਪਿਟੇਟ। ਉਹ ਪ੍ਰੈਸੀਪਿਟੇਟ ਹੁੰਦਾ, ਠੀਕ ਆ। ਤੇ ਇੱਕ ਆਪਣੇ ਕੋਲ ਹੋਰ ਡੈਫੀਨੇਸ਼ਨ ਆ ਗਈ, ਐਨੀ ਰਿਐਕਸ਼ਨ ਇਨ ਵਿਚ ਪ੍ਰੈਸੀਪਿਟੇਟ ਇਜ਼ ਫਾਰਮਡ ਕੈਨ ਬੀ ਕਾਲਡ ਪ੍ਰੈਸੀਪਿਟੇਸ਼ਨ ਰਿਐਕਸ਼ਨ। ਹਾਂਜੀ, ਕੋਈ ਵੀ ਰਿਐਕਸ਼ਨ ਜਿਹਦੇ ਵਿੱਚ ਪ੍ਰੈਸੀਪਿਟੇਟ ਬਣੇ, ਹਾਂਜੀ, ਕੋਈ ਵੀ ਰਿਐਕਸ਼ਨ ਜਿਹਦੇ ਵਿੱਚ ਪ੍ਰੈਸੀਪਿਟੇਟ ਬਣੇ ਉਹਨੂੰ ਆਪਾਂ ਕੀ ਕਹਿ ਸਕਦੇ ਹਾਂ, ਪ੍ਰੈਸੀਪਿਟੇਸ਼ਨ ਰਿਐਕਸ਼ਨ। ਇਹ ਵੀ ਉੱਪਰ ਦੇ ਵਿੱਚ ਕੁਐਸਚਨ ਆਉਂਦਾ ਹੁੰਦਾ ਵੀ ਵਾਟ ਇਜ਼ ਅ ਪ੍ਰੈਸੀਪਿਟੇਸ਼ਨ ਰਿਐਕਸ਼ਨ, ਪ੍ਰੈਸੀਪਿਟੇਸ਼ਨ ਰਿਐਕਸ਼ਨ ਕੀ ਹੁੰਦਾ ਹੈ, ਠੀਕ ਆ। ਐਨੀ ਰਿਐਕਸ਼ਨ ਇਨ ਵਿਚ ਪ੍ਰੈਸੀਪਿਟੇਟ ਇਜ਼ ਫਾਰਮਡ ਕੈਨ ਬੀ ਕਾਲਡ ਪ੍ਰੈਸੀਪਿਟੇਸ਼ਨ ਰਿਐਕਸ਼ਨ, ਠੀਕ ਹੈ ਜੀ। ਇਹੋ ਜਿਹਾ ਰਿਐਕਸ਼ਨ ਜਿਹਦੇ ਵਿੱਚ ਆਪਣੇ ਕੋਲ ਕੀ ਆ, ਇਨਸੋਲਿਊਬਲ ਪ੍ਰੋਡਕਟ ਬਣੇ, ਠੀਕ ਆ, ਅਘੁਲਣਸ਼ੀਲ ਆਪਣੇ ਕੋਲ ਕੀ ਬਣ ਜੇ, ਪ੍ਰੋਡਕਟ ਬਣ ਜੇ, ਉਹ ਜਿਹੇ ਰਿਐਕਸ਼ਨ ਨੂੰ ਆਪਾਂ ਕਿਹੜਾ ਰਿਐਕਸ਼ਨ ਕਵਾਂਗੇ, ਪ੍ਰੈਸੀਪਿਟੇਸ਼ਨ ਰਿਐਕਸ਼ਨ। ਅੱਗੇ ਆਪਣੇ ਕੋਲ ਆ ਗਈ ਆਕਸੀਡੇਸ਼ਨ ਤੇ ਰਿਡਕਸ਼ਨ, ਠੀਕ ਹੈ ਜੀ। ਆਕਸੀਡੇਸ਼ਨ ਕੀ ਹੁੰਦੀ ਆ, ਇਫ ਅ ਸਬਸਟਾਂਸ ਗੇਨਸ a oxygen or loses a hydrogen during a reaction, that reaction is called oxidation reaction and that process is called oxidation। ਹਾਂਜੀ, ਆਕਸੀਡੇਸ਼ਨ ਕੀ ਹੁੰਦੀ ਆ, ਜਦੋਂ ਕੋਈ ਸਬਸਟਾਂਸ ਕੀ ਕਰਦਾ, ਆਕਸੀਜਨ ਗੇਨ ਕਰਦਾ, ਮਤਲਬ ਉਹਦੇ ਨਾਲ ਆ ਕੇ ਆਕਸੀਜਨ ਜੁੜ ਜੇ, ਠੀਕ ਆ, ਜਾਂ ਕੀ ਹੋ ਜੇ ਉਹਦੇ ਨਾਲੋਂ ਹਾਈਡਰੋਜਨ ਅਲੱਗ ਹੋ ਜੇ, ਠੀਕ ਆ, ਤਾਂ ਕੀ ਹੁੰਦੀ ਆ, ਆਕਸੀਡੇਸ਼ਨ ਹੁੰਦੀ ਆ। ਤੇ ਰਿਡਕਸ਼ਨ ਇਹਦੇ ਉਲਟਾ, ਠੀਕ ਆ, ਰਿਡਕਸ਼ਨ ਇਜ਼ ਆਪੋਜ਼ਿਟ ਟੂ ਆਕਸੀਡੇਸ਼ਨ। ਇਫ ਅ ਸਬਸਟਾਂਸ ਲੌਸਸ ਅ ਆਕਸੀਜਨ ਔਰ ਗੇਨਸ ਅ ਹਾਈਡਰੋਜਨ। ਆਕਸੀਡੇਸ਼ਨ ਦੇ ਵਿੱਚ ਕੀ ਹੁੰਦਾ, ਆਕਸੀਜਨ ਗੇਨ ਹੋਵੇ, ਹਾਈਡਰੋਜਨ ਲੌਸ ਹੋਵੇ ਤਾਂ ਆਕਸੀਡੇਸ਼ਨ। ਰਿਡਕਸ਼ਨ ਦੇ ਵਿੱਚ ਕੀ ਆ, ਆਪਣੇ ਕੋਲ ਜਿਹੜੀ ਲੌਸ ਆ ਉਹਦਾ ਹੋਵੇ ਆਕਸੀਜਨ ਦਾ, ਤੇ ਹਾਈਡਰੋਜਨ ਇਹਦੇ ਵਿੱਚ ਕੀ ਹੋਵੇ, ਗੇਨ ਹੋਵੇ, ਠੀਕ ਆ, ਤਾਂ ਕੀ ਹੁੰਦੀ ਆ, ਰਿਡਕਸ਼ਨ ਹੁੰਦੀ ਆ, ਠੀਕ ਆ। ਇਹਦੀਆਂ ਆਪਣੇ ਕੋਲ ਐਗਜ਼ਾਮਪਲਾਂ ਨੇ, ਆਹ ਦੇਖੋ, ਕਾਪਰ ਦੇ ਨਾਲ ਆਕਸੀਜਨ ਸੀ, ਠੀਕ ਆ, ਕਾਪਰ ਤੇ ਆਕਸੀਜਨ ਨੇ ਜਦੋਂ ਰਿਐਕਟ ਕਰਿਆ, ਕਾਪਰ ਦੇ ਨਾਲ ਕੀ ਆਕਸੀਜਨ ਜੁੜ ਗਈ, ਠੀਕ ਆ, ਤਾਂ ਇਹਦੀ ਕੀ ਹੋ ਗਈ, ਆਕਸੀਡੇਸ਼ਨ। ਇੱਕ ਹੋਰ ਐਗਜ਼ਾਮਪਲ ਦੇਖੋ, ਕਾਪਰ ਆਕਸਾਈਡ ਆਪਣੇ ਕੋਲ, ਉਹਦੇ ਨਾਲ ਹਾਈਡਰੋਜਨ ਹੈ, ਠੀਕ ਆ, ਇਹਦੇ ਵਿੱਚ ਕੀ ਹੋ ਰਿਹਾ, ਕਾਪਰ ਆਕਸਾਈਡ ਤੋਂ ਕੀ ਆ, ਆਕਸੀਜਨ ਅਲੱਗ ਹੋ ਗਈ, ਕੱਲਾ ਕਾਪਰ ਰਹਿ ਗਿਆ, ਠੀਕ ਆ, ਆਕਸੀਜਨ ਅਲੱਗ ਹੋ ਗਈ, ਲਾਸ ਆਫ ਆਕਸੀਜਨ ਕੀ ਹੁੰਦੀ ਆ ਆਪਣੇ ਕੋਲ, ਰਿਡਕਸ਼ਨ। ਤੇ ਦੂਜੇ ਪਾਸੇ ਇਹਦੇ ਵਿੱਚ ਨਾਲੋਂ ਨਾਲ ਕੀ ਹੋ ਰਿਹਾ, ਹਾਈਡਰੋਜਨ ਜਿਹੜੀ ਸੀਗੀ ਉਹਦੇ ਨਾਲ ਕੀ ਆਕਸੀਜਨ ਕੀ ਹੋ ਗਈ, ਐਡ ਹੋ ਗਈ ਜਾ ਕੇ, ਠੀਕ ਆ। ਉਹਦੇ ਜਦੋਂ ਆਕਸੀਜਨ ਐਡ ਹੋ ਜੇ ਤਾਂ ਕੀ ਹੁੰਦੀ, ਆਕਸੀਡੇਸ਼ਨ, ਠੀਕ ਆ। ਇਹ ਆਪਣੇ ਕੋਲ ਇੱਕ ਨਵੀਂ ਚੀਜ਼ ਆ ਗਈ, ਰਿਡੌਕਸ ਰਿਐਕਸ਼ਨ। ਵਨ ਰਿਐਕਟੈਂਟ ਇਜ਼ ਆਕਸੀਡਾਈਜ਼ਡ ਐਂਡ ਅਨਦਰ ਰਿਐਕਟੈਂਟ ਗੈਟਸ ਰਿਡਿਊਸ। ਜਦੋਂ ਕਿਸੇ ਰਿਐਕਸ਼ਨ ਦੇ ਵਿੱਚ ਇੱਕ ਰਿਐਕਟੈਂਟ ਦੀ ਤਾਂ ਕੀ ਹੋ ਜੇ, ਆਕਸੀਡੇਸ਼ਨ ਹੋ ਜੇ, ਅਤੇ ਦੂਜੇ ਦੀ ਕੀ ਹੋ ਜੇ, ਰਿਡਕਸ਼ਨ ਹੋ ਜੇ, ਤਾਂ ਆਪਾਂ ਇਸ ਤਰ੍ਹਾਂ ਦੇ ਰਿਐਕਸ਼ਨ ਨੂੰ ਕਿਹੜਾ ਰਿਐਕਸ਼ਨ ਕਵਾਂਗੇ, ਰਿਡੌਕਸ ਰਿਐਕਸ਼ਨ, ਠੀਕ ਆ। ਵਨ ਰਿਐਕਟੈਂਟ ਇਜ਼ ਆਕਸੀਡਾਈਜ਼ਡ ਐਂਡ ਅਨਦਰ ਰਿਐਕਟੈਂਟ ਗੈਟਸ ਰਿਡਿਊਸਡ ਡਿਊਰਿੰਗ ਅ ਰਿਐਕਸ਼ਨ, ਦੈਟ ਰਿਐਕਸ਼ਨ ਇਜ਼ ਕਾਲਡ ਰਿਡੌਕਸ ਰਿਐਕਸ਼ਨ, ਠੀਕ ਹੈ ਜੀ। ਆਦੀ ਉਹੀ ਐਗਜ਼ਾਮਪਲ ਉੱਪਰ ਵਾਲੀ, ਇਹਦੇ ਵਿੱਚ ਰਿਡਕਸ਼ਨ ਤੇ ਆਕਸੀਡੇਸ਼ਨ ਆਪਾਂ ਐਕਸਪਲੇਨ ਕਰਕੇ ਲਿਖਤੀ ਉੱਤੇ। ਐਗਜ਼ਾਮਪਲ ਕੀ ਆ, ਕਾਪਰ ਆਕਸਾਈਡ ਪਲੱਸ ਹਾਈਡਰੋਜਨ ਤੋਂ ਕੀ ਬਣ ਗਿਆ, ਕਾਪਰ ਬਣ ਗਿਆ ਤੇ ਪਾਣੀ ਬਣ ਗਿਆ, ਠੀਕ ਆ। ਕਾਪਰ ਆਕਸਾਈਡ ਤੋਂ ਆਕਸੀਜਨ ਅਲੱਗ ਹੋ ਗਈ,
ਕਾਪਰ ਆਕਸਾਈਡ ਤੋਂ ਕੀ ਬਣ ਗਿਆ, ਕਾਪਰ, ਆਕਸੀਜਨ ਅਲੱਗ, ਤਾਂ ਇਹਦੀ ਕੀ ਹੋ ਗਈ, ਰਿਡਕਸ਼ਨ। ਤੇ ਹਾਈਡਰੋਜਨ ਦੇ ਨਾਲ ਕੀ ਆ, ਆਕਸੀਜਨ ਜੁੜ ਗਈ। ਜੇ ਕਿਸੇ ਐਲੀਮੈਂਟ ਦੇ ਨਾਲ ਆਕਸੀਜਨ ਜੁੜ ਜੇ ਤਾਂ ਉਹਦੀ ਕੀ ਹੁੰਦੀ ਆ, ਆਕਸੀਡੇਸ਼ਨ। ਠੀਕ ਆ, ਇਸ ਤਰ੍ਹਾਂ ਇਸ ਰਿਐਕਸ਼ਨ ਦੇ ਵਿੱਚ ਰਿਡਕਸ਼ਨ ਵੀ ਹੋਈ ਆ, ਆਕਸੀਡੇਸ਼ਨ ਵੀ ਹੋਈ ਆ, ਇਸ ਕਰਕੇ ਇਹਨੂੰ ਕਿਹੜਾ ਰਿਐਕਸ਼ਨ ਕਹਾਂਗੇ ਆਪਾਂ, ਰਿਡੌਕਸ ਰਿਐਕਸ਼ਨ। ਹਾਂਜੀ, ਇਸ ਚੈਪਟਰ ਦਾ ਲਾਸਟ ਟੌਪਿਕ ਇਫੈਕਟ ਆਫ ਆਕਸੀਡੇਸ਼ਨ ਇਨ ਐਵਰੀਡੇ ਲਾਈਫ। ਠੀਕ ਆ, ਆਕਸੀਡੇਸ਼ਨ ਦੇ ਪ੍ਰਭਾਵ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ। ਸਾਰਿਆਂ ਨਾਲੋਂ ਪਹਿਲਾਂ ਦਾ ਪ੍ਰਭਾਵ ਕੀ ਆ, ਆਕਸੀਡੇਸ਼ਨ ਦਾ, ਕਰੋਜ਼ਨ ਆ। ਠੀਕ ਆ, ਕਰੋਜ਼ਨ ਕੀ ਹੁੰਦੀ ਆ, when a metal is attacked by substances around it such as moisture, acids, etc., it is said to be corrode and this process is known as corrosion। ਹਾਂਜੀ, ਕਰੋਜ਼ਨ ਹੁੰਦਾ ਖੋਰਨ। ਠੀਕ ਆ, ਪੰਜਾਬੀ ਦੇ ਵਿੱਚ ਵੀ ਜਿਹੜੀ ਕੋਈ ਮੈਟਲ ਆ ਖੁਰਦੀ ਹੁੰਦੀ ਆ, ਉਹ ਮੈਟਲਾਂ ਦਾ ਖੁਰ ਜਾਣਾ ਕੀ ਆ, ਕਰੋਜ਼ਨ ਕਹਾਉਂਦਾ ਗਾ। ਜਦੋਂ ਕੋਈ ਮੈਟਲ ਕੀ ਆ ਅਟੈਕਟ ਹੁੰਦੀ ਆ, ਮਤਲਬ ਮੈਟਲ ਤੇ ਹਮਲਾ ਹੁੰਦਾ, ਸਬਸਟੈਂਸਸ ਅਰਾਊਂਡ ਇਟ, ਇਹਦੇ ਆਲੇ ਦੁਆਲੇ ਦੀਆਂ ਚੀਜ਼ਾਂ ਦੁਆਰਾ। ਆਲੇ ਦੁਆਲੇ ਦੀਆਂ ਚੀਜ਼ਾਂ ਵਿੱਚ ਕੀ ਆ ਜਾਂਦਾ, ਮੋਇਸਚਰ, ਏਅਰ, ਆਕਸੀਜਨ, ਐਸਿਡ ਵਗੈਰਾ। ਠੀਕ ਆ, ਜਦੋਂ ਆਲੇ ਦੁਆਲੇ ਦੀਆਂ ਚੀਜ਼ਾਂ ਮੈਟਲ ਦੇ ਉੱਤੇ ਕੀ ਕਰਦੇ ਨੇ, ਹਮਲਾ ਕਰਦੇ ਨੇ, ਅਤੇ ਮੈਟਲ ਆਪਣੀ ਕੀ ਹੋਣ ਲੱਗ ਜੇ, ਖੁਰਨ ਲੱਗ ਜੇ, ਇਸ ਪ੍ਰੋਸੈਸ ਨੂੰ ਕੀ ਕਹਿੰਦੇ ਆਪਾਂ, ਖੋਰਨ ਕਹਿੰਦੇ ਆ। ਠੀਕ ਆ, ਇੰਗਲਿਸ਼ ਦੇ ਵਿੱਚ ਇਹਨੂੰ ਆਪਾਂ ਐਵੇਂ ਲਿਖ ਦਾਂਗੇ, when a metal is attacked by substances around it such as moisture, acids, etc., it is said to be corrode and this process is known as corrosion। ਠੀਕ ਆ, ਕਰੋਜ਼ਨ ਦੀ ਇੱਕ ਆਪਾਂ ਹੋਰ ਸੌਖੇ ਸ਼ਬਦਾਂ ਦੇ ਵਿੱਚ ਵੀ ਕੀ ਕਰ ਸਕਦੇ ਹਾਂ, ਡੈਫੀਨੇਸ਼ਨ ਦੇ ਸਕਦੇ ਹਾਂ। ਠੀਕ ਆ, the slow eating away of metal by moisture and air is being called corrosion। ਠੀਕ ਆ, the slow eating away of metals। ਠੀਕ ਆ, ਮੈਟਲਾਂ ਦਾ ਹੌਲੀ ਹੌਲੀ ਖੁਰ ਜਾਣਾ ਕਿਹਦੇ ਦੁਆਰਾ, ਮੋਇਸਚਰ ਅਤੇ ਏਅਰ ਦੁਆਰਾ। ਠੀਕ ਆ, ਕੀ ਕਹਾਉਂਦਾ ਗਾ, ਕਰੋਜ਼ਨ ਕਹਾਉਂਦਾ। ਕਰੋਜ਼ਨ ਦੇ ਆਪਣੇ ਕੋਲ ਐਗਜ਼ਾਮਪਲਾਂ ਕੀ ਆ, ਰਸਟਿੰਗ ਆਫ ਆਇਰਨ। ਠੀਕ ਆ, ਲੋਹੇ ਨੂੰ ਜੰਗ ਲੱਗਣਾ, ਬਲੈਕ ਕੋਟਿੰਗ ਔਨ ਸਿਲਵਰ, ਚਾਂਦੀ ਦੇ ਉੱਪਰ ਕਾਲੇ ਰੰਗ ਦੀ ਪਰਤ ਚੜ ਜਾਣਾ, ਐਂਡ ਥਰਡ ਐਗਜ਼ਾਮਪਲ ਕੀ ਹੈ ਇਹਦੀ, ਗ੍ਰੀਨ ਕੋਟਿੰਗ ਔਨ ਕਾਪਰ, ਤਾਂਬੇ ਉੱਤੇ ਹਰੇ ਰੰਗ ਦੀ ਪਰਤ ਚੜ ਜਾਣਾ। ਠੀਕ ਆ ਜੀ, ਇਹ ਆਪਣੇ ਕੋਲ ਇਹ ਕਿਹਦੇ ਕਰਕੇ ਹੁੰਦਾ, ਆਕਸੀਡੇਸ਼ਨ ਕਰਕੇ ਹੁੰਦਾ। ਠੀਕ ਆ, ਮੈਟਲਾਂ ਦੀ ਆਕਸੀਡੇਸ਼ਨ ਹੁੰਦੀ ਆ, ਜਿਹਦੇ ਕਰਕੇ ਉਹਦੇ ਉੱਤੇ ਕੋਈ ਨਾ ਕੋਈ ਲੇਅਰ ਚੜ੍ਹਦੀ ਆ। ਠੀਕ ਆ, ਉਹ ਖੁਰਦੀਆਂ ਨੇ, ਇਸ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਆ, ਕਰੋਜ਼ਨ ਕਹਿੰਦੇ ਆ। ਆਕਸੀਡੇਸ਼ਨ ਦਾ ਇੱਕ ਹੋਰ ਇਫੈਕਟ ਆ, ਉਹ ਕੀ ਆ, ਰੈਂਸਿਡਿਟੀ। ਠੀਕ ਆ, ਰੈਂਸਿਡਿਟੀ ਕੀ ਹੁੰਦੀ ਆ, ਦੁਰਗੰਧਤਾ। when fats and oils are oxidized they become rancid and their smell and taste changes। ਹਾਂਜੀ, ਜਦੋਂ ਫੈਟ ਅਤੇ ਤੇਲ, ਠੀਕ ਆ, ਫੈਟ ਕੀ ਹੁੰਦੀ ਆ, ਚਰਬੀ, ਚਰਬੀ ਅਤੇ ਤੇਲ ਵਾਲੇ ਆਪਣੇ ਕੋਲ ਕੀ ਆ, ਜਿਹੜੇ ਭੋਜਨ ਪਦਾਰਥ ਆ, ਜਦੋਂ ਉਹਨਾਂ ਦੀ ਕੀ ਹੋ ਜਾਂਦੀ ਆ, ਆਕਸੀਡੇਸ਼ਨ ਹੋ ਜਾਂਦੀ ਹੈ, ਮਤਲਬ ਉਹ ਆਕਸੀਜਨ ਦੇ ਨਾਲ ਕਿਰਿਆ ਕਰ ਜਾਂਦੇ ਆ। ਦੇ ਬਿਕਮ ਰੈਂਸਿਡ ਐਂਡ ਦੇਅਰ ਸਮੈਲ ਐਂਡ ਟੇਸਟ ਚੇਂਜਸ। ਠੀਕ ਆ, ਉਹ ਰੈਂਸਿਡ ਹੋ ਜਾਂਦੇ। ਠੀਕ ਆ, ਉਹ ਖਰਾਬ ਹੋ ਜਾਂਦੇ ਆ, ਉਹਨਾਂ ਦੀ ਸਮੈਲ ਅਤੇ ਉਹਨਾਂ ਦਾ ਟੇਸਟ ਕੀ ਹੋ ਜਾਂਦਾ, ਚੇਂਜ ਹੋ ਜਾਂਦਾ। ਦਿਸ ਇਜ਼ ਨੋਨ ਐਜ਼ ਰੈਂਸਿਡਿਟੀ। ਠੀਕ ਆ, ਇਸ ਪ੍ਰੋਸੈਸ ਨੂੰ ਕੀ ਕਹਾਂਗੇ ਆਪਾਂ, ਦੁਰਗੰਧਤਾ ਕਹਾਂਗੇ, ਰੈਂਸਿਡਿਟੀ ਕਹਾਂਗੇ। ਐਂਟੀਆਕਸੀਡੈਂਟਸ, ਐਂਟੀਆਕਸੀਡੈਂਟ ਕੀ ਹੁੰਦੇ ਆ ਆਪਣੇ ਕੋਲ, ਇਹ ਕੀ ਆ, ਰੈਂਸਿਡਿਟੀ ਨੂੰ ਰੋਕਣ ਦੇ ਲਈ ਕੀ ਆ, ਫੂਡ ਮਟੀਰੀਅਲ ਦੇ ਵਿੱਚ ਕੀ ਆ, ਕੁਝ ਪਦਾਰਥ ਵਰਤੇ ਜਾਂਦੇ ਆ। ਠੀਕ ਆ, ਉਹਨਾਂ ਨੂੰ ਆਪਾਂ ਐਂਟੀਆਕਸੀਡੈਂਟ ਕਹਿੰਦੇ ਹੁੰਦੇ ਆ। ਦ ਸਬਸਟੈਂਸਸ ਯੂਜ਼ਡ ਫॉर ਪ੍ਰੀਵੈਂਟਿੰਗ ਆਕਸੀਡੇਸ਼ਨ ਆਰ ਕਾਲਡ ਐਂਟੀਆਕਸੀਡੈਂਟਸ। ਠੀਕ ਹੈ ਜੀ, ਆਕਸੀਡੇਸ਼ਨ ਨੂੰ ਰੋਕਣ ਵਾਸਤੇ ਜਿਹੜੇ ਸਬਸਟੈਂਸਸ ਵਰਤੇ ਜਾਂਦੇ ਆ, ਉਹਨਾਂ ਨੂੰ ਆਪਾਂ ਐਂਟੀਆਕਸੀਡੈਂਟ ਕਹਾਂਗੇ। ਇਹਦੀ ਕੀ ਆਪਣੇ ਕੋਲ ਐਗਜ਼ਾਮਪਲ ਕੀ ਆ, ਨਾਈਟ੍ਰੋਜਨ ਗੈਸ ਇਜ਼ ਯੂਜ਼ਡ ਐਜ਼ ਐਨ ਐਂਟੀਆਕਸੀਡੈਂਟ ਇਨ ਚਿਪਸ ਫॉर ਪ੍ਰੀਵੈਂਟਿੰਗ ਆਕਸੀਡੇਸ਼ਨ। ਠੀਕ ਹੈ ਜੀ, ਜਿਹੜੇ ਚਿਪਸ ਦੇ ਪੈਕਟ ਹੁੰਦੇ ਆ, ਉਹਨਾਂ ਦੇ ਵਿੱਚ ਇੱਕ ਗੈਸ ਭਰੀ ਹੁੰਦੀ ਆ, ਉਹ ਕਿਹੜੀ ਗੈਸ ਹੁੰਦੀ ਆ, ਨਾਈਟ੍ਰੋਜਨ ਗੈਸ। ਉਹ ਕਿਉਂ ਭਰੀ ਜਾਂਦੀ ਆ, ਚਿਪਸ ਦੀ ਆਕਸੀਡੇਸ਼ਨ ਰੋਕਣ ਵਾਸਤੇ। ਠੀਕ ਆ, ਵੀ ਜਿਹੜੀ ਚਿਪਸ ਆ ਉਹ ਆਕਸੀਜਨ ਦੇ ਸੰਪਰਕ ਵਿੱਚ ਨਾ ਆਵੇ, ਹਵਾ ਦੇ ਸੰਪਰਕ ਵਿੱਚ ਨਾ ਆਵੇ, ਇਸ ਕਰਕੇ ਉਹਦੇ ਵਿੱਚ ਕਿਹੜੀ ਗੈਸ ਭਰੀ ਜਾਂਦੀ ਆ, ਨਾਈਟ੍ਰੋਜਨ ਗੈਸ। ਠੀਕ ਆ, ਇਹ ਜਿਹੜੀ ਨਾਈਟ੍ਰੋਜਨ ਗੈਸ ਆ, ਇਹ ਕੀ ਹੁੰਦਾ, ਐਂਟੀਆਕਸੀਡੈਂਟ ਹੁੰਦਾ। ਠੀਕ ਆ, ਜਿਹੜਾ ਚਿਪਸ ਨੂੰ ਖਰਾਬ ਹੋਣ ਤੋਂ ਬਚਾਉਂਦਾ।